ਹੈਲੋ ਸਟੂਡੈਂਟਸ, ਪਿਛਲੀ ਵੀਡੀਓ ਦੇ ਵਿੱਚ ਆਪਾਂ ਅਨੀਅਨ ਦੇ ਸੈਲਸ ਦੀ ਸਲਾਈਡ ਬਣਾਈ ਸੀ, मतलब ਪੜ੍ਹਿਆ ਸੀ ਉਹਦੇ ਬਾਰੇ। ਹੁਣ ਅਸੀਂ ਦੇਖਾਂਗੇ ਕਿ ਉਹਦੇ ਵਿੱਚ ਇਹ ਦੇਖਿਆ ਕਿ ਸੈੱਲ ਵਾਲ ਵੀ ਪ੍ਰੈਜ਼ੈਂਟ ਸੀ, ਹੈ ਨਾ। ਇਹ ਹੋ ਗਿਆ ਪਲਾਂਟ ਸੈੱਲ। ਹੁਣ ਅਸੀਂ ਦੇਖਾਂਗੇ ਕਿ ਜਿਹੜਾ ਐਨੀਮਲ ਸੈੱਲ ਹੈ ਉਹਦੇ ਵਿੱਚ ਸੈੱਲ ਮੈਂਬਰੇਨ ਹੈ ਜਿਹੜੀ ਉਹ ਪ੍ਰੈਜ਼ੈਂਟ ਹੈ, ਪਰ ਸੈੱਲ ਵਾਲ ਤਾਂ ਪ੍ਰੈਜ਼ੈਂਟ ਹੁੰਦੀ ਨਹੀਂ, ਹੈ ਨਾ, ਕਿਉਂਕਿ ਐਨੀਮਲ ਸੈੱਲ ਹੈ। ਪਰ ਅਸੀਂ ਇਹਨੂੰ ਪ੍ਰੈਕਟੀਕਲੀ ਦੇਖਾਂਗੇ ਕਿਸ ਤਰ੍ਹਾਂ। ਉਹਨਾਂ ਨੇ ਕਿਹਾ ਕਲੀਨ ਟੂਥਪਿਕ ਲੈ ਲਓ, ਉਹਦੇ ਅੱਗੇ ਜਾਂ ਫਿਰ ਮੈਸਟਿਕ ਲੈ ਲਓ, ਉਹਦਾ ਟਿਪ ਜਿਹੜਾ ਹੈ ਬ੍ਰੋਕਨ ਹੋਣਾ ਚਾਹੀਦਾ ਹੈ। ਫਿਰ ਉਹਨੂੰ ਕੀ ਕਰਨਾ ਹੈ, ਆਪਣੀ ਚੀਕ ਦੇ ਅੰਦਰ ਥੋੜਾ ਜਿਹਾ ਉਹਨੂੰ ਸਕ੍ਰੈਪ ਕਰੋ ਵਿਦਾਊਟ ਹਰਟਿੰਗ ਇਟ, मतलब ਬਲੱਡ ਨਹੀਂ ਨਿਕਲਣਾ ਚਾਹੀਦਾ, ਹਰਟ ਨਹੀਂ ਹੋਣਾ ਚਾਹੀਦਾ, ਠੀਕ ਹੈ। ਹੁਣ ਉਹ ਜਿਹੜੇ ਵੀ ਤੁਹਾਡੇ ਥੋੜ੍ਹੇ ਬਹੁਤੇ ਸੈਲਸ ਆਉਣਗੇ ਚੀਕ ਦੇ ਉੱਪਰੋਂ, ਕਿਉਂਕਿ ਆਰਾਮ ਦੇ ਨਾਲ ਹੀ ਨਿਕਲ ਜਾਂਦੇ ਆ, ਅਤੇ ਉਹਨੂੰ ਕੀ ਕਰਨਾ ਹੈ, ਗਲਾਸ ਸਲਾਈਡ ਦੇ ਉੱਪਰ ਥੋੜਾ ਜਿਹਾ ਪਾਣੀ ਲੈਣਾ ਹੈ, ਉਹਦੇ ਨਾਲ ਜਿਹੜਾ ਵੀ ਤੁਹਾਡਾ ਜਿੰਨੇ ਵੀ ਸੈਲਸ ਆਏ ਹੈ ਨਾ, ਜਿਹੜਾ ਵੀ ਮਟੀਰੀਅਲ ਆਇਆ ਹੈ ਚੀਕ 'ਚੋਂ, ਉਹਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਉੱਪਰ ਰੱਖ ਦੇਣਾ। ਇਹਦੇ ਨਾਲ ਕੀ ਹੋਏਗਾ, ਥੋੜਾ ਥੋੜਾ ਉਹ ਅਲੱਗ ਅਲੱਗ ਹੋ ਜਾਣਗੇ। ਉਹਦੇ ਵਿੱਚ ਥੋੜੀ ਜਿਹੀ ਆਇਓਡੀਨ ਦੀ ਡ੍ਰੌਪ ਇੱਕ ਜਾਂ ਦੋ ਡ੍ਰੌਪਸ ਲਗ ਪਾਉਣੀਆਂ ਉਹਦੇ ਵਿੱਚ। ਫਿਰ ਉਹਨੂੰ ਬਹੁਤ ਧਿਆਨ ਦੇ ਨਾਲ ਕਵਰ ਸਲਿਪ ਰੱਖਣੀ ਹੈ, ਵਾਟਰ ਬਬਲ ਨਹੀਂ ਬਣਨ ਦੇਣਾ, ਕਿਉਂਕਿ ਜੇਕਰ ਵਾਟਰ ਬਬਲ ਬਣ ਜਾਂਦਾ ਨਾ ਕਵਰ ਸਲਿਪ ਰੱਖਦੇ ਟਾਈਮ, ਉਹ ਸਹੀ ਤਰ੍ਹਾਂ ਨਹੀਂ ਦਿਖਦਾ। ਜਾਂ ਫਿਰ ਤੁਸੀਂ ਕੀ ਕਰਨਾ ਹੈ, ਉਹ ਕਹਿ ਰਹੇ ਮਿਥਾਈਲਿਨ ਬਲੂ ਸੋਲਿਊਸ਼ਨ ਪਾਉਣਾ ਹੈ ਆਇਓਡੀਨ ਦੀ ਜਗ੍ਹਾ। ਇਹ ਕੀ ਹੈ, ਸਟੇਨ ਹੈਗੀ ਹੈ ਇੱਕ ਮਿਥਾਈਲਿਨ ਬਲੂ ਸੋਲਿਊਸ਼ਨ, ਇਹਦੇ ਨਾਲ ਕਲਰ ਜਿਹੜਾ ਉਹ ਮਿਲ ਜਾਂਦਾ। ਹੁਣ ਜਦੋਂ ਤੁਸੀਂ ਇਹਨੂੰ ਮਾਈਕਰੋਸਕੋਪ ਦੇ ਆਇਓਡੀਨ ਅਤੇ ਮਿਥਾਈਲਿਨ ਬਲੂ ਕਿਉਂ ਪਾਇਆ ਸੀ, ਅਸੀਂ ਕਿਉਂ ਪਾਇਆ, ਇੱਕ ਕਲਰ ਆ ਜਾਏਗਾ ਉਹਨੂੰ, ਹੈ ਨਾ। ਹੁਣ ਜਿਹੜੀ ਆਇਓਡੀਨ ਹੈ ਉਹ ਕੀ ਹੈਗੀ ਹੈ, ਇੱਕ ਸਟਾਰਚ ਇੰਡੀਕੇਟਰ ਹੈਗੀ ਹੈ। ਇਹਨੇ ਕੀ ਕਰਨਾ, ਸਟਾਰਚ ਦੇ ਨਾਲ ਰਿਐਕਟ ਕਰਕੇ ਉਹਨੂੰ ਬਲੂ ਬਲੈਕ ਜਿਹਾ ਕਲਰ ਦੇ ਦੇਣਾ। ਉਹਦੇ ਨਾਲ ਅਸੀਂ ਉਹਨੂੰ ਬਹੁਤ ਆਸਾਨੀ ਨਾਲ ਦੇਖ ਸਕਾਂਗੇ। ਜੇਕਰ ਆਇਓਡੀਨ ਨਹੀਂ ਹੈਗੀ ਤਾਂ ਮਿਥਾਈਲਿਨ ਬਲੂ ਸੋਲਿਊਸ਼ਨ ਯੂਜ਼ ਕਰ ਸਕਦੇ ਹਾਂ। ਫਿਰ ਜਦੋਂ ਇਹਨੂੰ ਦੇਖਾਂਗੇ ਤਾਂ ਅਸੀਂ ਬਹੁਤ ਸਾਰੇ ਸੈਲਸ ਦੇਖਾਂਗੇ, ਉਹੀ ਜਿਹੜਾ ਸਕ੍ਰੈਪ ਕੀਤਾ ਹੋਇਆ ਮਟੀਰੀਅਲ ਉਹਦੇ ਵਿੱਚ ਅਸੀਂ ਜੇਕਰ ਥੋੜ੍ਹਾ ਜਿਹਾ ਹੋਰ ਧਿਆਨ ਦੇ ਨਾਲ ਦੇਖਾਂਗੇ, ਸੈੱਲ ਮੈਂਬਰੇਨ, ਸਾਈਟੋਪਲਾਜ਼ਮ, ਨਿਊਕਲੀਅਸ ਦਿਖ ਜਾਂਦਾ ਹੈ, ਕਿਉਂਕਿ ਇਹ ਡੈਂਸ ਹੁੰਦਾ ਹੈ। ਇਹਦਾ ਕਲਰ ਜਿਹੜਾ ਉਹ ਥੋੜ੍ਹਾ ਬਹੁਤ ਜ਼ਿਆਦਾ ਡਾਰਕ ਦਿਖੇਗਾ ਕਿਉਂਕਿ ਇਹ ਡੈਂਸ ਹੁੰਦਾ ਹੈ। ਸੈੱਲ ਮੈਂਬਰੇਨ ਦਿਖ ਜਾਏਗੀ, ਨਿਊਕਲੀਅਸ ਦਿਖ ਜਾਏਗਾ, ਸਾਈਟੋਪਲਾਜ਼ਮ ਦਿਖ ਜਾਏਗਾ। ਤੁਸੀਂ ਵੇਖੋਗੇ ਕਿ ਇਹਦੇ ਵਿੱਚ ਸੈੱਲ ਵਾਲ ਜਿਹੜੀ ਹੈ ਉਹ ਐਬਸੈਂਟ ਹੈ। ਕਿਉਂ ਐਬਸੈਂਟ ਹੈ, ਕਿਉਂਕਿ ਇਹ ਐਨੀਮਲ ਸੈੱਲ ਹੈ। ਹੁਣ ਐਨੀਮਲ ਸੈੱਲ ਅਤੇ ਪਲਾਂਟ ਸੈੱਲ ਦੇ ਵਿੱਚ ਸਭ ਤੋਂ ਵੱਡਾ ਫਰਕ ਕੀ ਹੋ ਗਿਆ ਹੁਣ ਤੱਕ ਦਾ, ਸੈੱਲ ਵਾਲ ਜਿਹੜੀ ਕਿ ਐਨੀਮਲਸ ਦੇ ਵਿੱਚ ਐਬਸੈਂਟ ਹੈ, ਪਲਾਂਟਸ ਦੇ ਵਿੱਚ ਪ੍ਰੈਜ਼ੈਂਟ ਹੈ ਸੈੱਲ ਵਾਲ, ਠੀਕ ਹੈ। ਹੁਣ ਅਸੀਂ ਆ ਜਾਂਦੇ ਹਾਂ, ਉਹਨਾਂ ਨੇ ਦਿਖਾਏ ਹੋਏ ਆ, ਇਹ ਹੈਗਾ ਹਿਊਮਨ ਚੀਕ ਸੈਲਸ। ਇਹ ਉਹਨਾਂ ਨੇ ਦਿਖਾਈ ਹੈ ਇਹ ਨਿਊਕਲੀਅਸ ਦੀ ਆਪਣੀ ਜਿਹੜੀ ਵਾਲ ਹੋਏਗੀ ਨਾ ਨਿਊਕਲੀਅਸ ਦੀ, ਉਹ ਕੀ ਹੋਏਗੀ, ਨਿਊਕਲੀਅਰ ਮੈਂਬਰੇਨ, ਜਿਹੜੀ ਉਹਨੂੰ ਬਾਕੀ ਦੇ ਕੰਪੋਨੈਂਟਸ ਤੋਂ ਅਲੱਗ ਕਰਦੀ ਪਈ ਹੈ। ਅਤੇ ਆ ਬਾਹਰ ਵਾਲੀ ਕਿਹੜੀ ਮੈਂਬਰੇਨ ਹੈ, ਸੈੱਲ ਮੈਂਬਰੇਨ। ਆ ਜੈਲ ਲਾਈਕ ਸਬਸਟੈਂਸ ਕਿਹੜਾ ਹੋਏਗਾ, ਸਾਈਟੋਪਲਾਜ਼ਮ। ਅਤੇ ਜਿਹੜਾ ਡੈਂਸ ਹੈ, ਰਾਊਂਡ ਜਿਹਾ ਹੈ, ਉਹ ਕੀ ਹੋ ਜਾਏਗਾ, ਨਿਊਕਲੀਅਸ। ਦੇਖੋ ਇਹ ਸੈਲਸ ਜਿਹੜੇ ਹੈ ਸਾਰੇ ਜੁਆਇੰਟ ਹੈ, ਪਰ ਸਾਨੂੰ ਪਤਾ ਲੱਗਦਾ ਪਿਆ ਕਿ ਅਲੱਗ ਅਲੱਗ ਕਿਉਂ ਹੈ, ਕਿਉਂਕਿ ਸੈੱਲ ਮੈਂਬਰੇਨ ਪ੍ਰੈਜ਼ੈਂਟ ਹੈ ਇਹਨਾਂ ਦੇ ਵਿੱਚ। ਹੁਣ ਇਹ ਸਾਈਟੋਪਲਾਜ਼ਮ ਬਾਰੇ ਪੜ੍ਹਨਾ। ਸਾਈਟੋਪਲਾਜ਼ਮ ਕੀ ਹੈ, ਜੈਲੀ ਲਾਈਕ ਸਬਸਟੈਂਸ ਹੈਗਾ, ਪ੍ਰੈਜ਼ੈਂਟ ਹੁੰਦਾ ਹੈ ਕਿੱਥੇ ਕਿੱਥੇ ਪ੍ਰੈਜ਼ੈਂਟ ਹੁੰਦਾ ਹੈ, ਸੈੱਲ ਮੈਂਬਰੇਨ ਅਤੇ ਨਿਊਕਲੀਅਸ। ਸੈੱਲ ਮੈਂਬਰੇਨ ਅਤੇ ਨਿਊਕਲੀਅਸ ਇਹਦੇ ਵਿੱਚ ਸਾਰੇ ਵਿੱਚ ਕੀ ਪ੍ਰੈਜ਼ੈਂਟ ਹੋਏਗਾ, ਸਾਈਟੋਪਲਾਜ਼ਮ। ਵੇਰੀਅਸ ਦਰ ਕੰਪੋਨੈਂਟਸ ਔਰ ਔਰਗਨ। ਹੁਣ ਸੈੱਲ ਦੇ ਵਿੱਚ ਸਿਰਫ ਨਿਊਕਲੀਅਸ ਦਾ ਸਾਈਟੋਪਲਾਜ਼ਮ ਨਹੀਂ ਹੁੰਦਾ, ਇਹਦੇ ਵਿੱਚ ਬਹੁਤ ਸਾਰੀਆਂ ਅਲੱਗ ਅਲੱਗ ਔਰਗੈਨਲੀਜ਼ ਹੁੰਦੀਆਂ ਹੈ ਜਿਹੜਾ ਕੰਮ ਕਰਦੀਆਂ ਹੈ, ਅਤੇ ਸੈੱਲ ਜਿਹੜਾ ਹੈ ਉਹਦੇ ਵਿੱਚ ਐਨਰਜੀ ਜਿਹੜੀ ਆ ਪ੍ਰੋਡਿਊਸ ਹੁੰਦੀ ਹੈ। ਮਾਈਟੋਕੌਂਡਰੀਆ ਜਿਹਦੇ ਵਿੱਚ ATP ਪ੍ਰੋਡਿਊਸ ਹੁੰਦੇ ਆ, ਗੋਲਜੀ ਆਪਰੇਟਸ, ਗੋਲਜੀ ਬੋਡੀਜ਼, ਰਾਈਬੋਜ਼ੋਮਸ ਐਟਸੈਕਟਰਾ, ਇਹ ਸਾਰੇ ਇਹਦੇ ਅੰਡਰ ਜਿਹੜੇ ਪ੍ਰੈਜ਼ੈਂਟ ਹੁੰਦੇ ਆ ਇਹਦੇ ਅੰਦਰ। ਅਤੇ ਤੁਸੀਂ +1 +2 ਦੇ ਵਿੱਚ ਜਾ ਕੇ ਇਹਨਾਂ ਦੇ ਬਾਰੇ ਬਹੁਤ ਡੀਪ ਸਟੱਡੀ ਵੀ ਕਰੋਗੇ, ਯੂ ਵਿਲ ਲਰਨ ਅਬਾਊਟ। ਹਾਂ, ਉਹਨਾਂ ਨੇ ਵੀ ਉਹੀ ਕਿਹਾ ਨਿਊਕਲੀਅਸ ਜਿਹੜਾ ਹੈ ਆਹੀ ਡੈਂਸ ਰਾਊਂਡ ਜਿਹਾ, ਠੀਕ ਹੈ, ਇਹ ਹੈਗਾ ਨਿਊਕਲੀਅਸ। ਇਟ ਇਜ਼ ਐਨ ਇੰਪੋਰਟੈਂਟ ਕੰਪੋਨੈਂਟ ਆਫ ਲਿਵਿੰਗ ਸੈੱਲ। ਐਕਚੁਅਲੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ, ਇਹਨੇ ਸਭ ਕੁਝ ਦੱਸਣਾ ਹੁੰਦਾ ਕਿ ਹੁਣ ਕੀ ਹੋਣਾ ਹੈ। ਮੈਸੇਜਿਸ ਵੀ ਇਹੀ ਹੀ, ਮਤਲਬ ਇਹ ਤੁਸੀਂ ਕਹਿ ਸਕਦੇ ਜੇ ਕਿ ਰੂਟ ਹੈ ਸਾਰੇ ਕੰਮਾਂ ਦੀ। ਇਟ ਇਜ਼ ਜਨਰਲੀ ਸਫੈਰੀਕਲ ਐਂਡ ਲੋਕੇਟਡ ਇਨ ਦ ਸੈਂਟਰ ਆਫ ਦ ਸੈੱਲ। ਇਟ ਕੈਨ ਬੀ ਸਟੇਨਡ ਐਂਡ ਸੀਨ ਈਜ਼ਲੀ ਵਿਦ ਦ ਹੈਲਪ ਆਫ ਅ ਮਾਈਕਰੋਸਕੋਪ। ਹੁਣ ਇਹਨੂੰ ਸਟੇਨ ਵੀ ਕੀਤਾ ਜਾ ਸਕਦਾ ਹੈ, ਠੀਕ ਹੈ, ਜਿਵੇਂ ਹੀ ਆਇਓਡੀਨ ਪਾਈ ਸੀ, ਹੈ ਨਾ, ਮਿਥਾਈਲਿਨ ਬਲੂ ਸੋਲਿਊਸ਼ਨ ਪਾਇਆ ਸੀ, ਇਹਨੇ ਕੀ ਕਰਨਾ, ਅੰਦਰ ਜਾ ਕੇ ਉਹ ਕਲਰ ਲੈ ਲੈਂਦਾ ਹੈ। ਅਤੇ ਇਹ ਸਾਰਿਆਂ ਨਾਲੋਂ ਜ਼ਿਆਦਾ ਡੈਂਸ ਹੈ, ਵੈਸੇ ਤਾਂ ਵੀ ਕਲਰ ਅੰਦਰ ਜ਼ਿਆਦਾ ਚਲ ਜਾਏਗਾ ਅਤੇ ਸਾਨੂੰ ਆਸਾਨੀ ਦੇ ਨਾਲ ਵਿਜ਼ੀਬਲ ਹੋ ਜਾਂਦਾ।
न्यूक्लियस इज सैपरेटेड फ्रॉम द न्यूक्लियर साइटोप्लाज्म बाय मैमब्रेन कॉल न्यूक्लियर मैमब्रेन। हुण न्यूक्लियस जो सानूं पता किस तरह लगेगा, ये भी अपनी एक मैमब्रेन होएगी है ना, जिहड़ी मैमब्रेन इन्हूं साइटोप्लाज्म नालों अलग करना है ना, उन्होंने क्यों क्या देना है न्यूक्लियर मैमब्रेन। हुण जिवें न्यूक्लियस है, न्यूक्लियस नूं साइटोप्लाज्म दे नाल अलग किने कीता, न्यूक्लियर मैमब्रेन ने। हुण दिस मैमब्रेन ये भी पोरस होनी चाहिए है ना, क्योंकि न्यूक्लियस ने भी तो अपना कामकार करना है, चीज़ां अंदर बाहर आनियां, वो पोरस होएगी, अलाउ करेगी मूवमेंट मटीरियल्स की किहदे किहदे विच इनसाइड द न्यूक्लियस एंड साइटोप्लाज्म। हुण ये भी की होएगी सैमी परमीएबल। ज़्यादातर जिहड़ियां मैमब्रेन्स है ना, उन्हां दा नेचर सैल मैमब्रेन वर्गा ही हुंदा है, सैमी परमीएबल ही हुंदे हैं, जिहड़ा मर्जी मटीरियल अंदर नहीं आ सकता। कुछ मतलब उन्होंने ना कुछ चैक रखे होंदे है कि कुछ कंडीशनस होंदियां, जेकर वो सारियां फुलफिल करनगियां तां ही वो चीज़ां जिहड़ियां अंदर आउणगियां। With a microscope of higher magnification you can see a smaller spherical body in the nucleus। और न्यूक्लियस के न्यूक्लियोलस होंदा है, ये छोटी जी गोल जी बॉडी होंदी है, बहुत वधिया माइक्रोस्कोप जी हायर मैगनीफिकेशन पावर होंदी है, उहदे नाल असीं इहनूं भी ध्यान नाल देख सकते हैं। न्यूक्लियस के अंदर की हैगा है हुण न्यूक्लियोलस, ठीक है। सब तो पहले असीं वेखिया असीं क्या ये की गए न्यूक्लियर मैमब्रेन, न्यूक्लियर मैमब्रेन ये अंदर की गए न्यूक्लियोलस, ठीक है। हुण इन एडिशन न्यूक्लियस कंटेन थ्रेड लाइक स्ट्रक्चर कॉल क्रोमोसोम्स। ये वैसे ना जेकर ध्यान ना वेखोगे ना, वैसे ही इस तरह के दिखणगे, पर जो तुसीं थोड़ी जी अगे जाके चैप्टर करोगे +1 +2 के लैवल पर, तुहानूं इस तरह शो करन नूं कहणगे इस तरह, ठीक है। पर वैसे जेकर माइक्रोस्कोप के अंडर देखोगे इस तरह के ही दिखते हैं, ठीक है। हुण ओह कहते पे कहते इन एडिशन टू न्यूक्लियस इन एडिशन न्यूक्लियस कंटेन्स थ्रेड लाइक स्ट्रक्चर्स। हुण न्यूक्लियस के विच की गए थ्रेड लाइक स्ट्रक्चर्स है क्रोमोसोम्स, इन्हां बारे आम ही तुसीं सुनिया होगा। क्रोमोसोम्स जिहड़े है, क्रोमोसोम्स विच की हुंदा है जीन्स, क्रोमोसोम्स की कैरी करते हैं जीन्स। हुण जीन्स तो गल सुन लो कि तुसीं जिवें कोई कहंदा कि इहदी शक्ल इहदी मामे दी नाल मिलदी है, दादी नाल मिलदी है, एक्चुअली की हुंदा है ये सारा खेड जीन्स दा है। जदों कोई जनरेशन अगे 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 जाता, मतलब एक जनरेशन तो दूसरी जनरेशन दे विच की ट्रांसफर हुंदा है, जीन्स ट्रांसफर हुंदे हैं। किहदे थ्रू ट्रांसफर हुंदे हैं, क्रोमोसोम्स। जो कोई सैल डिवाइड करता है ना, जिमें एक सैल डिवाइड करता है तो उन्हें अगले सैल नूं की ट्रांसफर करना होंदा है, क्रोमोसोम्स। तो क्रोमोसोम्स दे विच की हुंदा है जीन्स, जीन्स दे विच की हुंदा है DNA। हुण जो DNA ट्रांसफर हो रहा है, यदा मतलब करैक्टर्स ट्रांसफर होंदे पे, तां ही उन्हां दी शक्लां, उन्हां दा मैंटल लैवल, ਜਿਹੜੇ क्रोमोसोम्स ਜਿਹੜੇ सैल्स ते ਉਹ आया है उन्हां दे नाल मेल खाता है। कई कह दिंदे ना तेरा तो नक भूआ दे गया, एक्चुअली की होंदा है भूआ वर्गी दादी दे विच भूआ तो जीन्स किहदे चों गए, दादी चों ना, तो दादी विचों जीन्स किहदे आए है। मान लो तुसीं कह लो कि किसी कोई लड़का है ना, की गया इहदे पापा है तो इहदी शक्ल अपनी भूआ नाल मिलती है, ठीक है। हुण इहदे ते इहदे मतलब वो भूआ दे तो पापा दे मम्मा पापा की गया सेम है गया, यदा मतलब वो मम्मा पापा के करैक्टर्स जोड़े है वो बच्चे दे पापा दे विच आ गए, तो असीं की क्या वो शक्ल भूआ नाल मिलती है। एक्चुअली होया कि जीन्स जोड़े है ये दादी दे वो भी तो ये भूआ दे विच आए होणगे ना, इस करके असीं कह दिंदे हैं कि ये शक्ल भूआ नाल मिलती है, जबकि आ जीन्स ये भी वो पापा दे विच भी आए होणगे पर शो नहीं होए बस, ठीक है। वैसे इन्नी नॉलेज लैन की लोड़ नहीं, ये अगले चैप्टर के विच है, हाले नहीं हैगा, ठीक है। पर जे समझ आ गया तो बहुत वधिया गल है। हुण केरे न्यूक्लियस दे विच की है न्यूक्लियोलस। न्यूक्लियस दे विच होर की हुंदा है, थ्रेड लाइक स्ट्रक्चर्स भी प्रेजेंट होंगे, जिन्होंने असीं कह दिंदे आ क्रोमोसोम्स। क्रोमोसोम्स की कैरी करते, क्रोमोसोम कैरी करते हैं जीन्स, तो यही की करते हैं ट्रांसफर करते हैं करैक्टर्स नूं पेरेंट्स तो ऑफस्प्रिंग, मतलब पेरेंट्स तो बच्चों विच, ठीक है। क्रोमोसोम कैन बी सीन ओनली वैन सैल डिवाइड्स। क्रोमोसोम सिर्फ उदों ही दिखते हैं जो कोई सैल जोड़ा है डिवाइड होंदा है, ठीक है। ये पहलों देखते नहीं है क्योंकि ये बहुत थ्रैड लाइक स्ट्रक्चर की इन्हां दी अपीयरेंस होंदी है, पर जो सैल डिवाइड करता है ना, ये अपना स्ट्रक्चर जोड़ा है थोड़ा जिहा ब्रॉड कर लेंदे, फिर थोड़ा जिहा विखला पाते हैं। हुण न्यूक्लियस इन एडिशन टू इट्स रोल इन इनहेरिटेंस, हुण सानूं पता लग गया न्यूक्लियस का एक तो रोल है इनहेरिटेंस विच, मतलब ट्रांसफर करन दे करैक्टर्स दे विच,
क्यों? क्योंकि न्यूक्लियस क्रोमोसोम्स है, क्रोमोसोम्स जीन्स है ना, ये कंट्रोल भी करता है, कंट्रोल सेंटर भी है सैल का, क्योंकि ज़्यादातर एक्टिविटीज़ कौन चलाता है? न्यूक्लियस ही चलाता है। द एंटायर कंटेंट ऑफ लिविंग सैल इज़ नॉन एज प्रोटोप्लाज्म। हम प्रोटोप्लाज्म तो साइटोप्लाज्म के कन्फ्यूजन क्रिएट नहीं करनी। साइटोप्लाज्म की है? जैली लाइक सबसटांस है जोड़ा प्रेजेंट है सैल दे विच, सैल मैमब्रेन तो लैके न्यूक्लियस, मतलब सारे कवर कर लेंदा है। पर प्रोटोप्लाज्म की है एंटायर कंटेंट ऑफ लिविंग सैल, याद रखना है लिविंग सैल, सारा कंटेंट किदा लिविंग सैल का, उन्होंने की कहता प्रोटोप्लाज्म। इट इंक्लूड्स अ साइटो, हम प्रोटोप्लाज्म दे विच सारा कंटेंट आ जाता है ना, तो प्रोटोप्लाज्म दे विच ही साइटोप्लाज्म आएगा तो न्यूक्लियस आएगा, क्योंकि सारे की गए लिविंग सैल दे कंटेंट है। प्रोटोप्लाज्म इज़ कॉल्ड लिविंग सबसटांस ऑफ द सैल। सैल दे विच जिहड़ा भी लिविंग सबसटांस है ना, उन्होंने ही की कवांगे प्रोटोप्लाज्म। हुण ही देख लैने एक बारी। सब तो पहलों की हुंदा है सैल, सैल सैल की बाहर वाली लेयर की हुंदी है सैल मैमब्रेन, ठीक है। अंदर की हुंदा है न्यूक्लियस, न्यूक्लियस की लेयर की हुंदी है न्यूक्लियर मैमब्रेन। एक ही गए न्यूक्लियस, न्यूक्लियस के अंदर की हुंदा है न्यूक्लियोलस, NU लिख लेने, एक खुद की गए न्यूक्लियस, ठीक है। तो ये की प्रेजेंट है साइटोप्लाज्म। वह सारा कंटेंट की गया प्रोटोप्लाज्म, प्रोटोप्लाज्म के अंडर की आ जाता है साइटोप्लाज्म प्लस न्यूक्लियस। हुण जिहड़ा न्यूक्लियस है ये अंडर असीं की पढ़िया है क्रोमोसोम, क्रोमोसोम की कैरी करते हैं जीन्स, ठीक है। जीन्स कादे बने होंदे हैं? DNA दे, पर ये तुहाडे इत्थे नहीं है हाले, ठीक है। इत्थों पढ़ना आसान हो जाएगा। अगों अहीं अगली वीडियो च कर लैंदे आ, ठीक है। अज लई इन्ना ही बड़ा।